ਇੱਕ ਓਂਕਾਰ ਸਤਿਗੁਰ ਪ੍ਰਸਾਦ। ਲਿਖਤੋ ਦਿਆਲ ਸਿੰਘ ਤੇ ਕਿਰਪਾਲ ਸਿੰਘ। ਸਰਬ ਉਪਮਾ ਜੋਗ ਸਮੂਹ ਸੰਗਤ ਖਾਲਸਾ ਜੀ ਕੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਮਾਨ ਕਰਨੀ। ਇੱਥੇ ਜਿਹੜਾ ਪਹਿਲੇ ਸ਼ਬਦ ਆਇਆ ਲਿਖਤੋ ਦਿਆਲ ਸਿੰਘ, ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ, ਤਾਂ ਕਿ ਅੰਗਰੇਜ਼ ਇਹ ਸਮਝ ਨਾ ਸਕਣ ਜੇ ਉਹਨਾਂ ਦੇ ਹੱਥ ਵਿੱਚ ਇਹ ਹੁਕਮਨਾਮਾ, ਇਹ ਚਿੱਠੀ ਆ ਜਾਵੇ, ਉਹ ਸਮਝ ਨਾ ਸਕਣ। ਇਸ ਕਰਕੇ ਸੱਚੇ ਪਾਤਸ਼ਾਹ ਨੇ ਆਪਣਾ ਨਾਮ ਦਿਆਲ ਸਿੰਘ, ਬਹੁਤੇ ਹੁਕਮਨਾਮੇ ਜਿਹੜੇ ਨੇ ਉਹ ਦਿਆਲ ਸਿੰਘ ਕਰਕੇ ਲਿਖੇ ਨੇ। ਸਮੂਹ ਮਾਈ ਬੀਬੀ ਕੋ ਰਾਮ ਸਤ ਬੁਲਾਈ ਬਾਚਨੀ। ਹੋਰ ਅਸੀਂ ਆਨੰਦ ਖੁਸ਼ੀ ਹੈ ਜੀ, ਸਮੂਹ ਸੰਗਤ ਕੀ ਸੁੱਖ ਮੰਗਦੇ ਹਾਂ ਹਮੇਸ਼ਾ ਅਕਾਲ ਪੁਰਖ ਪਾਸੋਂ। ਹੋਰ ਤਾਂ ਖਾਲਸਾ ਜੀ ਕੋਈ ਦੁੱਖ ਨਹੀਂ, ਇੱਕ ਸੰਗਤ ਦੇ ਵਿਛੋੜੇ ਦਾ ਹੋਏ ਰਹਾ ਹੈ। ਸੋ ਦੁੱਖ ਗੁਰੂ ਸਾਹਿਬ ਦੇ ਮੇਟਣ ਦਾ ਹੈ। ਜਦ ਗੁਰੂ ਚਾਹੂਗਾ ਤੁਰਤ ਹੀ ਮੇਟ ਦੇਊਗਾ। ਸੋ ਜੀ ਸਮੂਹ ਸੰਗਤ ਦੀ ਸੁੱਖ ਆਨੰਦ ਦੀ ਖਬਰ ਪਾਈ। ਜਿਸ ਜਿਸ ਦੀ ਚਿੱਠੀ ਆਈ ਹੈ ਔਰ ਜਿਸ ਜਿਸ ਜੋ ਚੀਜ਼ ਭੇਜੀ ਹੈ ਸਾਡੇ ਵਾਸਤੇ, ਸੋ ਸਾਨੂੰ ਸਭ ਚੀਜ਼ ਮਿਲੀ। ਰੁਪਏ, ਕੱਪੜੇ ਆਦਿ, ਗਲਾਸ ਦੋਏ ਵੀ ਮਿਲੇ, ਇੱਕ ਜਾਨਵਰ ਵੀ ਮਿਲਿਆ। ਇਹ ਜਿਹੜੇ ਸਿੱਖ ਇੱਥੋਂ ਗਏ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਭੇਟਾ ਲੈ ਕੇ ਗਏ ਸੀ, ਗਲਾਸ ਵੀ ਲਏ ਸੀ। ਇੱਕ ਜਾਨਵਰ ਚਾਂਦੀ ਦਾ ਬਣਿਆ ਹੋਇਆ ਭੇਜਿਆ ਸੀ, ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੋੜ ਕੇ ਵਾਪਸ ਫਿਰ ਭੈਣੀ ਸਾਹਿਬ ਲੰਗਰ ਵਿੱਚ ਭੇਜ ਦਿੱਤਾ ਸੀ। ਸਭ ਸੰਗਤ ਦੀ ਖਬਰ ਸੁਣ ਕੇ ਹਰੇ ਹੋਏ ਗਏ ਹਾਂ। ਸਭ ਨੇ ਜੋ ਬਚਨ ਬਲਾਸ ਬੋਲਿਆ ਹੈ, ਜੋ ਸੋ ਸਭ ਸਮਝਾ ਅੱਛੀ ਤਰ੍ਹਾਂ। ਇੱਕ ਨਾਮ ਗਾਮ ਸਮਝ ਤਾਂ ਲਏ, ਸਭ ਦੇ ਭਿੰਨ ਭਿੰਨ ਕਰਕੇ ਨਹੀਂ ਲਿਖੇ। ਭਿੰਨ ਭਿੰਨ ਲਿਖਣੇ 'ਤੇ ਕਾਗਜ਼ ਬਹੁਤ ਵੱਧ ਜਾਂਦਾ ਹੈ, ਨਾਲੇ ਭਜਨ ਬਾਣੀ ਦਾ ਹਰਜਾ ਹੁੰਦਾ ਹੈ। ਮੈਂ ਅਕੇਲਾ ਲਿਖਣ ਵਾਲਾ ਹਾਂ। ਮੈਂ ਇਹ ਬਾਤ ਸਮਝੀ ਜੋ ਸੰਗਤ ਕੋ ਵੀ ਬੜਾ ਭਾਰੀ ਦੁੱਖ ਵਿਛੋੜੇ ਦਾ ਹੈ। ਸੋ ਖਾਲਸਾ ਜੀ ਤਕੜੇ ਹੋ ਕੇ ਭਜਨ ਬਾਣੀ ਕਰੋ, ਬਾਣੀ ਦਾ ਉਚਾਰ ਕਰੋ ਪ੍ਰਭਾਤੇ। ਭੋਗ ਗ੍ਰੰਥ ਸਾਹਿਬ ਜੀ ਦੇ ਪਾਓ ਜਿਤਨੇ ਪੁੱਜ ਆਵਣ। ਸੋ ਇੱਕ ਦੁੱਖ ਕਿਆ ਸਭੀ ਦੁੱਖ ਮਿਟ ਜਾਵਣਗੇ, ਸਤ ਕਰਕੇ ਮੰਨਣਾ। ਗੁਰੂ ਜੀ ਦਾ ਬਚਨ ਹੈ, ਸਰਬ ਰੋਗ ਕਾ ਔਖਦ ਨਾਮ। ਨਾਮ ਤੇ ਬਾਣੀ ਦਾ ਵੱਡਾ ਪ੍ਰਤਾਪ ਹੈ, ਪਰਸਪਰ ਮੇਲਾ ਹੈ। ਦੇਖੋ ਨਾਮ ਵਿੱਚ ਕਿਹੜੀ ਕਲਾ ਹੈ। ਸੋ ਕਈ ਹਜ਼ਾਰ ਭੋਗ ਪਿਆ ਹੈ ਨਾਮ ਕੀ ਕਲਾ ਸੇ, ਔਰ ਕਈ ਹਜ਼ਾਰ ਸਿੰਘ ਬਾਣੀ ਦੇ ਉਚਾਰ ਨੂੰ ਲੱਗਾ ਹੈ। ਔਰ ਬਾਣੀ ਨਾਮ ਕੇ ਗੁਣਾਂ ਨੂੰ ਉਚਾਰ ਕਰਦੀ ਹੈ। ਸੋ ਇਹ ਦੋਨੋਂ ਅਮੋਲਕ ਚੀਜ਼ਾਂ ਹੈ, ਇਹਨਾਂ ਕਾ ਕੁਛ ਮੁੱਲ ਨਹੀਂ ਕਿਹਾ ਜਾਂਦਾ। ਸਿੱਖਾਂ ਨੂੰ ਖਾਲਸਾ ਜੀ ਆਪ ਗੁਰੂ ਸਾਹਿਬ ਕਿਰਪਾ ਕਰਕੇ ਦਾਨ ਦਿੱਤਾ ਹੈ। ਸੋ ਤੁਸੀਂ ਤਕੜੇ ਹੋ ਕੇ ਉਚਾਰ ਕਰਨਾ। ਸਾਰੀ ਸੰਗਤ ਨੇ ਤੁਰਦੇ ਫਿਰਦੇ ਕੰਮ ਕਿਰਤ ਕਰਦੇ। ਗੁਰੂ ਜੀ ਦਾ ਹੁਕਮ ਹੈ, ਆਗਾਹਾ ਕੂ ਤਰਾਗ ਪਿੱਛੇ ਫੇਰ ਨਾ ਮੋਢੜਾ। ਨਾਨਕ ਸਿੱਝ ਅਵੇਹਾ ਵਾਰ ਬਹੁੜ ਨਾ ਹੋਵੀ ਜਨਮੜਾ। ਸੋ ਖਾਲਸਾ ਜੀ ਜੰਮਣਾ ਮਰਨਾ ਜੂਨਾ ਨੂੰ ਬੜਾ ਹੀ ਦੁੱਖ ਹੈ। ਮਨੁੱਖਾ ਜਨਮ ਤੇ ਬਿਨਾ ਕਹਾਂ ਨਾਮਦਾਨ ਇਸ਼ਨਾਨ ਹੱਥ ਆਉਂਦਾ ਹੈ। ਇਹ ਵੀ ਗੁਰੂ ਜੀ ਦਾ ਹੁਕਮ ਹੈ, ਇੱਥੇ ਨਾਵਹ ਭੁੱਲਿਆ ਫਿਰ ਹੱਥ ਕਿਥਾਊ ਨਾ ਪਾਏ। ਜੋਨੀ ਸਭ ਭਵਾਈਨ ਬਿਸਟਾ ਮਾਹੇ ਸਮਾਏ। ਹਰ ਨਾਮ ਵਿੱਚ ਵਡਿਆਈਆਂ ਗੁਰੂ ਜੀ ਨੇ ਕਹੀਆਂ ਹੈ। ਜਿੱਥੇ ਮਿਲਹਿ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ। ਤਿੰਨ ਮੁਖ ਟਿੱਕੇ ਨਿਕਲਹਿ ਜਿਨ ਮਨ ਸੱਚਾ ਨਾਓ। ਨਾਮ ਕੀ ਤਾਂ ਅਮਿਤ ਵਡਿਆਈ ਹੈ, ਮੈਂ ਜੀਓ ਕਿਆ ਕਹਿ ਸਕਦਾ ਹਾਂ। ਸੋ ਮੈਂ ਬਾਰ ਬਾਰ ਲਿਖਦਾ ਹਾਂ ਸੰਗਤ ਕੀ ਔਰ, ਜੋ ਵੱਡੇ ਝਲਾਂਗੇ ਨਾਵਣਾ। ਝਲਾਂਗੇ ਤੋਂ ਭਾਵ ਜ਼ਿਆਦਾ ਸਵੇਰੇ ਉੱਠ ਕੇ ਇਸ਼ਨਾਨ ਕਰਨ ਦਾ ਹੁਕਮ ਹੈ ਸੱਚੇ ਪਾਤਸ਼ਾਹ ਦਾ। ਸੋ ਗੁਰੂ ਸਾਹਿਬ ਦਾ ਹੁਕਮ ਹੈ, ਜੋ ਸਵਾ ਪਹਿਰ ਰਾਤ ਰਹਿੰਦੀ ਕੇ ਸਾਥ ਇਸ਼ਨਾਨ ਕਰੇ, ਸਮੇਤ ਕੇਸੀ ਗੁਰਬਾਣੀ ਦਾ ਤੇ ਨਾਮ ਦਾ ਉਚਾਰ ਕਰੇ, ਉਸਕੋ ਮੋਤੀ ਦਾਨ ਕਾ ਪੁੰਨ ਹੈ। ਫਿਰ ਸਵਰਨ ਦਾ, ਫਿਰ ਰੁਪਏ ਦਾ, ਫਿਰ ਤਾਂਬੇ ਦਾ, ਫਿਰ ਅੰਨ ਦਾ, ਫਿਰ ਦੁੱਧ ਦਾ, ਫਿਰ ਜਲ ਦਾ। ਫਿਰ ਦਿਨ ਚੜ੍ਹੇ ਪੁੰਨ ਕੁਛ ਨਹੀਂ, ਪਿੰਡਾ ਧੋ ਲੈਣਾ ਹੈ। ਸੋ ਜੀ ਇਹ ਮਹਾਤਮ 10ਵੇਂ ਪਾਤਸ਼ਾਹ ਨੇ ਮੁਖਾਰਬਿੰਦ 'ਤੇ ਉਚਾਰ ਆਪ ਕੀਤਾ ਹੈ। ਸੋ ਜਿਤਨਾ ਬਣ ਆਵੇ ਉਤਨੀ ਰਾਤ 'ਤੇ ਕਰਨਾ ਜ਼ਰੂਰ। ਹੋਰ ਭਾਈ ਖਾਲਸਾ ਜੀ
जितने पुज आवन उतने भोग ग्रंथ साहब दे पवाने ते आप पाउने। जेकर एक घर ते ना पुज आवे तां दो चौं ਸਿੰਘਾਂ ने रल के भोग पवाए देने। ਵੱਡਾ ਅਡੰਬਰ नहीं करना, बहुते ਸਿੰਘ दूसरे ਪਿੰਡਾਂ ਦੇ ਨਾਂ ਇਕੱਠੇ ਕਰਨੇ, ਜਥਾ ਸਖਤ ਪ੍ਰਸਾਦ ਕਰਕੇ ਭੋਗ ਪਾ ਦੇਣਾ। ਹੋਰ ਇੱਕ ਸਿੰਘ ਨੇ ਲਿਖਿਆ ਹੈ, ਮੇਰੇ ਤੇ ਬਾਣੀ ਕੰਠ ਨਹੀਂ ਹੁੰਦੀ, ਗੁਰੂ ਜੀ ਨੇ ਵੀ ਹੁਕਮ ਕੀਤਾ ਸੀ। ਇੱਥੇ ਗੁਰੂ ਜੀ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਸਤੇ ਵਰਤਿਆ। ਗੁਰੂ ਜੀ ਨੇ ਵੀ ਹੁਕਮ ਕੀਤਾ ਸੀ ਅੱਖਰ ਪੜ੍ਹਨੇ ਦਾ। ਸੋ ਇੱਕ ਸਿੱਖ ਨੇ ਅਰਜ਼ ਕੀਤੀ, ਗੁਰੂ ਜੀ ਮੇਰੇ ਤੇ ਅੱਖਰ ਨਹੀਂ ਪੜ੍ਹ ਹੁੰਦੇ, ਮੈਨੂੰ ਆਉਂਦੇ ਨਹੀਂ। ਗੁਰੂ ਜੀ ਨੇ ਕਿਹਾ, ਅੱਛਾ ਸਿੱਖਾ, ਤੂੰ ਇਸ ਜਗ੍ਹਾ ਇੱਕ ਪੱਥਰ ਹਮੇਸ਼ਾ ਸਿੱਟ ਜਾਇਆ ਕਰ। ਤਾਂ ਉਹ ਸਿੰਘ ਲੱਗਾ ਇੱਕ ਪੱਥਰ ਹਮੇਸ਼ਾ ਸਿੱਟਣ, ਤਾਂ ਪੱਥਰਾਂ ਦਾ ਢੇਰ ਲੱਗ ਗਿਆ। ਤਾਂ ਗੁਰੂ ਜੀ ਨੇ ਕਿਹਾ, ਇੱਕ ਅੱਖਰ ਸਿੱਖੇ ਜੇ ਹਮੇਸ਼ਾ ਤਾਂ ਅੱਖਰ ਸਿੱਖੇ। ਪੱਥਰਾਂ ਦੇ ਸਿੱਟਣ 'ਤੇ ਐਡਾ ਢੇਰ ਲੱਗ ਗਿਆ ਹੈ, ਸੋ ਅਜੇ ਤੈਨੂੰ ਆਉਂਦੇ ਨਹੀਂ ਤਾਂ ਆਏ ਜਾਣਗੇ। ਤਾਂ ਉਹ ਸਿੰਘ ਹੁਕਮ ਮੰਨ ਕੇ ਅੱਖਰ ਪੜ੍ਹਨ ਲੱਗਾ, ਫਿਰ ਅੱਖਰ ਪੜ੍ਹ ਗਿਆ। ਸੋ ਖਾਲਸਾ ਜੀ ਇੱਕ ਦੋਏ ਤੁਕਾਂ ਨਿਤ ਕੰਠ ਕਰਨਗੇ, ਬਹੁਤ ਬਾਣੀ ਕੰਠ ਹੋ ਜਾਏਗੀ, ਸਤ ਕਰਕੇ ਮੰਨਣਾ। ਸੋ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਸ ਤਰ੍ਹਾਂ ਸਮਝਾਇਆ ਅਤੇ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਹੁਕਮ ਸੁਣਾ ਕੇ ਕਿ ਜੇ ਇੱਕ ਇੱਕ ਪੱਥਰ ਸੁੱਟਿਆਂ ਢੇਰ ਲੱਗ ਗਿਆ ਅਤੇ ਇੱਕ ਇੱਕ ਤੁਕ ਯਾਦ ਕਰਕੇ ਗੁਰਬਾਣੀ ਯਾਦ ਕਰ ਲਓਗੇ। ਇਸ ਤਰ੍ਹਾਂ ਜਿਹੜੇ ਪੰਜਾਬੀ ਨਹੀਂ ਵੀ ਪੜ੍ਹੇ ਉਹ ਵੀ ਨੌਜਵਾਨ ਗੁਰਬਾਣੀ ਯਾਦ ਕਰ ਸਕਦੇ ਨੇ, ਸੁਣ ਸੁਣ ਕੇ ਯਾਦ ਕਰ ਸਕਦੇ ਨੇ। ਸੋ ਭਾਈ ਬਾਣੀ ਸਭ ਨੇ ਕੰਠ ਕਰਨੀ, ਜਨਾਨੇ ਮਰਦਾਨੇ ਨੇ, ਬੁੱਢੇ ਬਾਲੇ ਨੇ। ਜੋ ਬਾਣੀ ਪੜ੍ਹੇਗਾ ਔਰ ਭਜਨ ਕरेगा सो उसके वास्ते सब सुख होणगे। रिजक दे विच भी बरकत होगी, शरीर भी अरोग रहेगा, हर तरह से उस शरीर दी गुरु रक्षा करेगा। सत करके मनना। गुरमंत्रहीन प्राणी कूकर सूकर गर्त सरपन की न्यायी है मनुख। सो जी मैं ऐसे वास्ते बार बार बाणी कंठ करन नूं लिखदा हाँ और आप भी मैं कुछ नहीं लिख सकता हाँ। जद अरदास लिखण लगदा हाँ तद ही गुरु साहब अगे पहले हथ जोड़ के बेनती करदा हाँ, हे गुरु साहब जी, जो तैनू अच्छी लगे सो मेरे ते लिखाई। जो मेरे ते गुरु साहब लिखाउंदा है सो मैं संगत की ओर लिख भेजदा हाँ। मेरे में जी कहाँ मत है, जे मेरे में मत हुंदी तां मैं मलेच्छां दी कैद विच क्यों आउंदा। देखो खालसा जी, करतार दे रंग तमाशे करतार की दिखावदा है। होर जी इत्थे असीं आए के साखियां दे बहुत अर्थ समझे हाँ गुरु साहब दी मेहर नाल। अगे साखियां वल थोड़ा ध्यान सी, किस करके कोई दुख नहीं था। भजन बाणी सुख सहत करते सी, खाण पहनण दी कुछ कमी नहीं सी, गुरु जी दा दान कुछ घाटा नहीं सा, सुख से। ਹੁਣ ਜਦ ਦੁੱਖ ਹੋਣ ਲੱਗਾ ਤਾਂ ਗੁਰੂ ਜੀ ਦੇ ਬਚਨਾਂ ਵੱਲ ਢੂਡ ਲੱਗੇ ਕਰਨ, ਕਿਉਂ ਜੋ ਦੁੱਖ ਬਣਦਾ ਹੈ ਵੈਦਾਂ ਦੀ ਢੂਡ ਕਰੀਦੀ ਹੈ, ਬਿਨਾਂ ਦੁੱਖ ਵੈਦਾਂ ਦੀ ਢੂਡ ਨਹੀਂ ਕਰੀਦੀ। ਦੁੱਖ ਬਣਿਆ ਤਾਂ ਦੇਖਣ ਲੱਗੇ। ਸੋ ਭਾਈ ਸਾਖੀਆਂ ਦੇ ਬਚਨ ਸਤ ਹੈ। ਅਰਥ ਬੋਧ ਗੁਰੂ ਜੀ ਕੇ ਕਰਾਏ ਬਿਨਾਂ ਨਹੀਂ ਹੁੰਦਾ। ਪਹਿਲਾਂ ਤਾਂ ਅਸੀਂ ਆਖਦੇ ਸੀ ਭਾਈ ਇਹ ਸਿੱਖ ਸਾਧ ਸਾਡੇ ਨਾਲ ਵਿਰੋਧ ਕਿਉਂ ਕਰਦੇ ਹਨ। ਸੋ ਇਹਨਾਂ ਨੂੰ ਵੀ गुरु जी का बचन है, ज्ञानी ध्यानी गुणी धनाड़, नाम जपत घर घर में आड़। नाम जपण वालियां के साथ हर जगह आडा करनगे, सो पुज के कीता सिर ताई। सो जी किसे समय दे सराफे होए हैं, इन्हां दे की बस है। सबके जो मुँह में आया है सो कुछ करने में शंका नहीं रखी। होर खालसा जी साखियां दे बचन सत हैं। लिखा है, यही सब नीत करते सत सात। सत ते सत 14, फिर बरस बीत जावे 10 सात। 10 सत 17, फिर 2 साल तामे मिले सब होए बरस 33। फिर गुरु साहब का बचन है, 34 साल चढ़े ते रौली परै देश सब रुलै। सो खालसा जी चढ़ते 34 रौली तो पै गई है। अगे जो सच्चे पातशाह कलगी वाले का हुक्म है सो सब पूरा वरतेगा। सत करके मनना। होर बहुता की लिखना है तुसी समझ लेना। अगे तो बिलियां दे वास्ते नास ते गर्क होण जाण दे बचन है सो सब पूरे होणगे। शुरू होना 34 ते है।
ਅਸੀਂ ਵੀ ਆਧੇ ਥੇ ਭਾਈ ਜੋ ਕੁਝ 34 में होया तो अगे भी सब कुछ हो। सो 34 में जो कहा था सो शुरू हो गया। अगे देखो करतार दे रंग तमाशे की दिखाता है। होर जी संगत ने लिखिया था तुसी कद आवोगे। सो खालसा जी जब संबर सूरी फिरूगी तद आवांगे। भाई अगे गुरु बेअंत है अपने करतब जाने आप। होर ये संगत ने लिखा था जो धुंध पवे तां कित्थे कट्टिए धुंध समा। सब सिंह मिल के अच्छी जगह विचार लैनी उत्थे कट लेना। पर अजे तां बखेड़ा दूर है नाले अच्छी तरह से अग मची नहीं। लकड़ियां बालन इकट्ठा हुंदा है। होर खालसा जी प्रतीत रखनी यह जो भजन बाणी नाम दान इशनान पाठ भोग ये काल करूगा उसका बिरथा ना जाऊगा। गुरु जी का बचन है एक तिल नहीं पन्ना कालिया प्रतीत रखनी इस बचन की। होर खालसा जी जे सरबंधी शरीर छड्ड जाए तो उस दे पिछे रोना पिटना नहीं। जे किछ बण आवे तो जथा सख्त पुन दान भोग पाठ सिखां नूं प्रसाद वस्त्र पोशाक जितनी बण आवे सो करना। रोए पिट्टे तो एक तो परमेश्वर ते बेमुखी हुंदी है और शरीर नूं भी कष्ट हुंदा है। नाले हथ पल्ले भी कुछ नहीं आउंदा। नाले सुनिया है जिसनूं रोंदे हैं उसनूं भी खेद हुंदा है। सींह दा रोण दा पानी उस प्राणी दे उत्ते गिरदा है तो वह प्राणी आखदा है हे परमेश्वर इन्हां दा कोई मरे तां अच्छा है हे मेरा पिछा किवें छड्डण। होर जी सो जी किसे नूं ना सुख हुआ ना कुछ हथ पल्ले आया ना कुछ परमेश्वर नाल गंढ लगी। सो ऐसा काम मूल नहीं कीता चाहिदा। होर खालसा जी भजन बाणी करके गुरु साहिब अगे गल में पल्ला पा के हथ जोड़ के गुरु साहबां ते गुरमत सिदक भरोसा नाम दान मंगना बेनती करके अगे जो गुरु नूं पावे। खालसा जी हमेशा भंडी साडे ही पिछे नहीं रहनी। समा जो बीत जाएगा खबर नहीं साडे कितने को पाप थे गुरु जी ने थोड़े ही मैं दूर कीते हैं निंद चिंद करवा के। मैं तां इउं जाणदा हां ठीक। होर भाई नैना सिंह ते भगवान सिंह ते निधान सिंह जी ये अरदास सारी संगत नूं सुना देनी सब देसां दे खालसे नूं। जो इस अरदास दे बचन मनूगा उस दा बहुत भला होऊगा सत करके मनना। सो भाई खालसा जी असीं सारी बात अपनी अखीं देखी है भजन बाणी दी तां संगत वल लिखदे हां साडा कोई काम नहीं सा पर उपकार वास्ते लिखी है। गुरु साहब दी ओट करके ये दिन कट्टे हैं नहीं तां होर साडा कोई ठिकाना नहीं था गुरु बिना। कर्म सानू इस जगह में लै है खोटी ये जगह महा दुखां दी है सी। सो असीं थोड़ा कुछ भजन बाणी कीता सी नाम तरीक ही। सो सानू इतनी ही गुरु जी दी सरन ने कोई दुख नेड़े नहीं आवन दिते। गुरु जी ने सरन परे की राखता ना ही सहस आया। भाई अब्बल ते ये चिट्ठी सब देसां दे वास्ते लिखी है सारे देसां दे वास्ते सुनाए देनी। जिथे तुसीं जाओ जिहड़ा तुहाडे पास आवे सब नूं सुना देनी। जेकर दो चाहो तो इस दे उपरों उतार करके जिथे मर्जी होवे भेज देनी। जितनियां चाहो उतनियां बना लैनियां। पर नैना सिंह आदा सी मेरे पास रहे तो अच्छी है मैं लिखना नहीं जानदा। भाई नैना सिंह जी जे तै रखी आप दे पास तां तूं भाई बहुत ही थाई जाके दिखाल दई। अमृतसर भी दिखा ली और लाहौर भी अच्छी तरह से साँभ के ले जानी। पिंडे नाल लगा के ना जोड़ लेनी परसीने के साथ। होर भाई इन्हां दा नौकर कोई ना रहे जो रहू सो बहुत औखा होऊ। इन्हां नूं तां गुरु साहब दा अनेक भांत दी मार दा हुक्म है अगे गुरु जाने। होर जी साडी बल कोई अरदास लिखे तो सुध लिखनी। कोई चिट्ठी ऐसी आई है बहुत खंडित कुछ सिर पैर नहीं आउंदा। होर भेखां दी सेवा करनी जथा सख्त भावें निंदा ही करन वाला होवे सेवा करन वाले नूं सेवा दा फल निंदा वाले नूं निंदा का। आप सब के साथ आनंद रहना। इन्हां बिलियां नूं लोकां ने ये भरम पाया है चंगियां ने ये कूके तुम्हारा राज लै लैणगे अगे वांगू जैसे चुगत्तियां तो लै लिया सी। ये उही सिख हैं इस करके साडे पिछे पै गए। लोकां दा कहा मन के हमारी तां मनसा किसे दा कख खोण दी नहीं सी। एक गाई का तरस ठीक आउंदा है हुण भी जो गाई में बहुत गुण है औगण कोई भी नहीं
ਵਿਚਾਰ ਲਿਓ, ਭੂਲ ਚੂਕ ਲਿਖਣ ਵਾਲੇ ਨੂੰ ਬਖਸ਼ਣੀ ਗੁਰੂ ਜੀ। ਸੋ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਰ-ਬਾਰ ਇੱਥੇ ਹੁਕਮ ਕੀਤਾ ਹੈ ਕਿ ਬਾਣੀ ਤੇ ਨਾਮ ਵਿੱਚ ਸਾਰੇ ਸੁੱਖ ਨੇ। ਸੱਚੇ ਪਾਤਸ਼ਾਹ ਨੇ ਇਹ ਹੁਕਮ ਕੀਤਾ, ਸਾਡੇ ਤੇ ਗੁਰੂ ਜੀ ਨੇ ਪਰ ਉਪਕਾਰ ਕਰਕੇ ਵੱਡਾ ਦਾਨ ਬਾਣੀ ਤੇ ਨਾਮ ਦਾ ਦਿੱਤਾ ਹੈ। ਸੱਚੇ ਪਾਤਸ਼ਾਹ ਨੇ ਇਹ ਵੀ ਹੁਕਮ ਕੀਤਾ ਹੈ ਕਿ ਮੈਂ ਬੜਾ ਥੋੜ੍ਹਾ ਨਾਮ ਜਪਿਆ ਸੀ ਤੇ ਮੈਨੂੰ ਇੱਥੇ ਵੀ ਦੁੱਖ ਵਿੱਚ ਇਸ ਨਾਮ ਨੇ ਸੁੱਖ ਦਿੱਤਾ ਹੋਇਆ। ਸੋ ਸੱਚੇ ਪਾਤਸ਼ਾਹ ਨੇ ਇਹ ਹੁਕਮ ਕੀਤਾ ਕਿ ਇਹ ਚਿੱਠੀ ਲਿਖਣ ਨੂੰ ਕੋਈ ਹੋਰ ਮੇਰਾ ਕੰਮ ਨਹੀਂ ਸੀ, ਸਿਰਫ ਮੈਂ ਪਰਉਪਕਾਰ ਵਾਸਤੇ, ਮਤਲਬ ਕਿ ਤੁਹਾਡੇ ਵਾਸਤੇ ਮੈਂ ਚਿੱਠੀ ਲਿਖ ਰਿਹਾ। ਸੋ ਬਾਰ-ਬਾਰ ਸਾਨੂੰ ਸੱਚੇ ਪਾਤਸ਼ਾਹ ਨੇ ਇਹ ਦੁਹਰਾਇਆ ਅਤੇ ਨਾਮ ਬਾਣੀ ਨਾਲ ਜੁੜਨ ਦਾ ਹੁਕਮ ਕੀਤਾ। ਉਸ ਨਾਮ ਨਾਲ, ਉਸ ਬਾਣੀ ਨਾਲ ਸਾਨੂੰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਜੋੜ ਕੇ ਰੱਖਿਆ ਅਤੇ ਆ ਉਹਨਾਂ ਦੀ ਕਿਰਪਾ ਹੈ ਕਿ ਇਸ ਤਰ੍ਹਾਂ ਪ੍ਰਯੋਗ ਚੱਲ ਰਿਹਾ ਹੈ। ਅਤੇ ਇਹ ਸੱਚੇ ਪਾਤਸ਼ਾਹ ਕਿਰਪਾ ਕਰਨ, ਉਹਨਾਂ ਦੇ ਹੁਕਮ ਮੰਨੇ ਜਾਣ। ਖਾਸ ਕਰਕੇ ਨੌਜਵਾਨਾਂ ਨੂੰ ਇਹਦੇ ਵਿੱਚੋਂ ਇਹ ਹੈ ਕਿ ਜਿਨ੍ਹਾਂ ਨੂੰ ਗੁਰਬਾਣੀ ਨਹੀਂ ਆਉਂਦੀ ਉਹ ਕੋਸ਼ਿਸ਼ ਕਰਕੇ ਗੁਰਬਾਣੀ ਯਾਦ ਕਰੋ। ਸੱਚੇ ਪਾਤਸ਼ਾਹ ਕਿਸ ਤਰ੍ਹਾਂ ਪਿਆਰ ਨਾਲ ਇਹ ਸਮਝਾਇਆ ਕਿ ਜੇ ਇੱਕ ਇੱਕ ਅੱਖਰ ਵੀ ਪੜ੍ਹੋਗੇ, ਇੱਕ ਇੱਕ ਤੁਕ ਵੀ ਰੋਜ਼ ਦੀ ਯਾਦ ਕਰੋਗੇ ਤੇ ਗੁਰਬਾਣੀ ਯਾਦ ਹੋ ਜਾਏਗੀ। ਬੇਸ਼ੱਕ ਤੁਸੀਂ ਜਿਹੜੇ ਬਚਪਨ ਵਿੱਚ ਪੰਜਾਬੀ ਨਹੀਂ ਵੀ ਪੜ੍ਹੇ ਉਹ ਵੀ ਗੁਰਬਾਣੀ ਯਾਦ ਕਰ ਸਕਦੇ ਨੇ। ਗੁਰਬਾਣੀ ਯਾਦ ਕਰਕੇ ਆਪਣਾ ਜੀਵਨ ਸੁਖੀ ਕਰ ਸਕਦੇ ਨੇ। ਸੱਚੇ ਪਾਤਸ਼ਾਹ ਨੇ ਇਹ ਵੀ ਹੁਕਮ ਕੀਤਾ ਕਿ ਗੁਰਬਾਣੀ ਨਾਮ ਦੀ ਸਿਫਤ ਕਰਦੀ ਹੈ। ਸੋ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਸਾਡਾ ਮਨ ਨਾਮ ਦੇ ਵਿੱਚ ਲੱਗਦਾ ਹੈ। ਸੋ ਅਸੀਂ ਸੱਚੇ ਪਾਤਸ਼ਾਹ ਦੇ ਇਹ ਹੁਕਮ ਸਾਰੇ ਮੰਨ ਸਕੀਏ, ਇੰਨੀ ਅਰਜ਼ ਕਰਕੇ ਆਗਿਆ ਲੈਣਾ। ਇੱਕ ਵਾਰੀ ਸਾਰੇ ਬੜੇ ਪਿਆਰ ਨਾਲ ਆਖੀਏ, ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ।